ਜਦੋਂ ਉਹੀ ਲੰਗਰ ਉਹਨਾਂ ਹੀ ਕਿਸਾਨਾਂ ਲਈ ਲੱਗਦਾ ਜਿਹੜੇ ਅੰਨ ਪੈਦਾ ਕਰਦੇ ਨੇ, ਅੰਨਦਾਤੇ ਲਈ, ਕਿਸਾਨਾਂ ਲਈ, ਕਿਸਾਨ ਅੰਦੋਲਨ ਜਦੋਂ ਲੰਗਰ ਲੱਗਦਾ ਫਿਰ ਉਹ ਗੁਨਾਹ ਹੋ ਗਿਆ ਕਿ ਇਸ ਲੰਗਰ ਲਾਉਣ ਦੇ ਗੁਨਾਹ ਦੀ ਸਜ਼ਾ ਰੱਖੜਾ ਪਰਿਵਾਰ ਨੂੰ ਦਿੱਤੀ ਗਈ। ਉਹਨਾਂ ਸਵਾਲਾਂ ਦੇ ਜਵਾਬ ਤਾਂ ਨਹੀਂ ਦਿੱਤੇ ਕਿ ਮੋਹਰ ਕਿਉਂ ਨਹੀਂ ਲਾਉਂਦੇ, ਕਿਸ ਕਾਰਵਾਈ ਤਹਿਤ ਰੋਕ ਰਹੇ ਹੋ। ਇੰਨਾ ਜ਼ਰੂਰ ਕਿਹਾ ਕਿ ਕੀ ਕਰੀਏ ਸਾਹਿਬ, ਉੱਪਰੋਂ ਹੁਕਮ ਹੈ। ਉੱਪਰੋਂ ਹੁਕਮ ਕਿਹਦਾ ਹੈ ਹੁਣ? ਉਹਨਾਂ ਨੇ ਜਵਾਬ ਕੋਈ ਨਹੀਂ ਦਿੱਤਾ, ਇੱਥੋਂ ਤੱਕ ਕਿ ਵਾਪਸ ਜਹਾਜ਼ ਚੜਾ ਦਿੱਤਾ ਅਮਰੀਕਾ ਨੂੰ। ਜੇ ਉਹ ਬਲੈਕ ਲਿਸਟ ਖਤਮ ਕਰ ਦਿੱਤੀ ਆ, ਕਾਲੀ ਸੂਚੀ ਖਤਮ ਕਰ ਦਿੱਤੀ ਆ, ਤਾਂ ਕਾਲੇ ਕੰਮ ਵੀ ਖਤਮ ਕਰਨੇ ਹੁੰਦੇ ਆ ਸਰਕਾਰਾਂ ਨੇ। ਕੀ ਹੋ ਗਿਆ? ਪ੍ਰਧਾਨ ਮੰਤਰੀ ਸਾਹਿਬ ਆਏ ਨੇ, ਬੀਜੇਪੀ ਦਾ ਵਰਕਰ ਆ, ਚਲੋ ਫਿਰ ਤਾਂ ਕੋਈ ਚੱਕਰ ਨਹੀਂ, ਠੀਕ ਹੈ ਜੀ, ਮੰਨ ਗਏ। ਪਰ ਇਹ ਤੋਂ ਅਗਲਾ ਵਿਵਾਦ ਇਹ ਆ, ਕਹਿੰਦੇ ਜੀ ਉਹਨੇ ਟੀਕਾ ਹੀ ਤੀਜਾ ਲਵਾ ਲਿਆ। ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ। ਮੁੱਦਾ ਅੱਜ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਕੇਂਦਰ ਦੀ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਭਾਰਤ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬੀਆਂ ਲਈ ਬਹੁਤ ਕੁਛ ਕੀਤਾ, ਅਸੀਂ ਸਿੱਖ ਭਾਈਚਾਰੇ ਲਈ ਬਹੁਤ ਕੁਛ ਕੀਤਾ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਗੱਲ ਹੋਵੇ, ਕਾਲੀ ਸੂਚੀ ਨੂੰ ਖਤਮ ਕਰਨ ਦੀ ਗੱਲ ਹੋਵੇ, ਬਹੁਤ ਦਮ ਭਰਦੇ ਨੇ ਉਹ ਕਿ ਅਸੀਂ ਬਹੁਤ ਕੰਮ ਕੀਤੇ ਨੇ। ਚਲੋ, ਕਾਲੀ ਸੂਚੀ ਲੰਬੇ ਸਮੇਂ ਤੋਂ ਲਟਕਦਾ ਮਾਮਲਾ ਸੀ। ਵਿਦੇਸ਼ਾਂ ਦੇ ਵਿੱਚ ਕਈ ਪੰਜਾਬੀ, ਕਈ ਸਿੱਖ ਭਾਈਚਾਰੇ ਨਾਲ ਸੰਬੰਧਿਤ ਸ਼ਖਸੀਅਤਾਂ, ਵਿਅਕਤੀ, ਆਮ ਸਧਾਰਨ ਲੋਕ ਉੱਥੇ ਫਸੇ ਸੀ। ਉਹਨਾਂ ਦੀ ਵਾਪਸੀ ਬਹੁਤ ਦਿੱਕਤ ਸੀ, ਆਉਣ ਨਹੀਂ ਦਿੰਦੇ ਸੀ। ਅਤੇ ਉਹਦਾ ਦਮਖਮ ਭਰਿਆ ਅਕਾਲੀ ਦਲ ਨੇ ਵੀ ਅਤੇ ਮੋਦੀ ਉਹਨਾਂ ਦੀ ਸਰਕਾਰ ਨੇ ਵੀ ਕਿ ਅਸੀਂ ਉਹ ਬਲੈਕ ਲਿਸਟ ਖਤਮ ਕਰ ਦਿੱਤੀ ਆ। ਜੇ ਉਹ ਬਲੈਕ ਲਿਸਟ ਖਤਮ ਕਰ ਦਿੱਤੀ ਆ, ਕਾਲੀ ਸੂਚੀ ਖਤਮ ਕਰ ਦਿੱਤੀ ਆ, ਤਾਂ ਕਾਲੇ ਕੰਮ ਵੀ ਖਤਮ ਕਰਨੇ ਹੁੰਦੇ ਆ ਸਰਕਾਰਾਂ ਨੇ। ਕਾਲੇ ਕੰਮ ਸਰਕਾਰਾਂ ਦਾ ਕੰਮ ਨਹੀਂ ਕਰਨਾ, ਸਰਕਾਰਾਂ ਦਾ ਕੰਮ ਚੰਗੇ ਕੰਮ ਕਰਨਾ ਹੁੰਦਾ। ਮੈਂ ਕਾਲੇ ਕੰਮਾਂ ਦੀ ਕਿਹੜੇ ਦੀ ਗੱਲ ਕਰ ਰਿਹਾ? ਇੱਕ ਨਾਮਵਰ ਸ਼ਖਸੀਅਤ, ਇੱਕ ਨਾਮਵਰ ਪਰਿਵਾਰ, ਸਿਆਸੀ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ ਅਤੇ ਸੇਵਾ ਭਾਵਨਾ ਤੌਰ 'ਤੇ ਵੀ। ਜੀ ਹਾਂ, ਮੈਂ ਰੱਖੜਾ ਪਰਿਵਾਰ ਦੀ ਗੱਲ ਕਰ ਰਿਹਾ। ਸੁਰਜੀਤ ਸਿੰਘ ਰੱਖੜਾ ਅਤੇ ਉਹਨਾਂ ਦੇ ਭਰਾ ਪਰਿਵਾਰ ਰਾਜਨੀਤਿਕ ਤੌਰ 'ਤੇ ਬੇਸ਼ੱਕ ਅਕਾਲੀ ਦਲ ਨਾਲ ਜੁੜਿਆ ਰਿਹਾ ਹੋਵੇ, ਜਾਂ ਸੁਰਜੀਤ ਸਿੰਘ ਰੱਖੜਾ ਸਿੱਧੇ ਤੌਰ 'ਤੇ ਅਕਾਲੀ ਦਲ ਨਾਲ ਜੁੜੇ ਰਹੇ ਹੋਣ, MLA ਰਹੇ, ਮੰਤਰੀ ਬਣੇ, ਸਰਗਰਮ ਸਿਆਸਤ 'ਚ ਰਹੇ, ਪਰ ਉਹਨਾਂ ਦੇ ਸੋਸ਼ਲ ਕਾਜ, ਉਹਨਾਂ ਪਰਿਵਾਰ ਦੇ ਸੋਸ਼ਲ ਕਾਜ ਲੰਬੇ ਸਮੇਂ ਤੋਂ ਚਰਚਾ 'ਚ ਰਹੇ। ਉਸੇ ਸੁਰਜੀਤ ਸਿੰਘ ਰੱਖੜਾ ਹੋਰਾਂ ਦੇ ਭਰਾ ਅਮਰੀਕਾ ਤੋਂ ਜਹਾਜ਼ ਰਾਹੀਂ ਦਿੱਲੀ ਏਅਰਪੋਰਟ 'ਤੇ ਉਤਰਦੇ ਨੇ। ਦਿੱਲੀ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਉਹ ਬਾਹਰ ਆਉਣ ਲਈ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਾਉਣ ਲਈ ਲਾਈਨ 'ਚ ਲੱਗਦੇ ਨੇ। ਉਹਨਾਂ ਨੂੰ ਬੱਕ ਕਰ ਲਿਆ ਜਾਂਦਾ। ਕਹਿੰਦੇ ਜੀ ਬਾਕੀ ਮੈਂਬਰ ਜਿਹੜੇ ਨਾਲ ਆਏ ਨੇ, ਪਤਨੀ ਨਾਲ ਆਈ ਹੈ, ਕੋਈ ਹੋਰ ਬੱਚੇ ਨਾਲ ਆਏ ਨੇ, ਉਹ ਸਾਰੇ ਤਾਂ ਜਾ ਸਕਦੇ ਨੇ ਬਾਹਰ, ਉਹ ਤਾਂ ਦਿੱਲੀ ਏਅਰਪੋਰਟ ਤੋਂ ਬਾਹਰ ਆ ਸਕਦੇ ਨੇ, ਪਰ ਤੁਹਾਡੇ ਭਰਾ ਜਿਹੜੇ ਨੇ ਸੁਰਜੀਤ ਸਿੰਘ ਰੱਖੜਾ ਹੋਰਾਂ ਦੇ, ਉਹ ਨਹੀਂ ਆ ਸਕਦੇ। ਕਹਿੰਦੇ ਬਾਹਰ ਸੁਰਜੀਤ ਸਿੰਘ ਰੱਖੜਾ ਖੜੇ ਇੰਤਜ਼ਾਰ ਕਰ ਰਹੇ ਨੇ ਕਿ ਮੈਂ ਆਪਣੇ ਭਰਾ ਨੂੰ ਲੈਣ ਆਇਆ, ਕਿਉਂਕਿ ਭਤੀਜੀ ਦਾ ਵਿਆਹ ਹੈ। ਸੋ ਭਤੀਜੀ ਦੇ ਵਿਆਹ ਦੇ ਲਈ ਧਾਲੀਵਾਲ ਹੋਰੀ ਉੱਥੋਂ ਰੱਖੜਾ ਪਰਿਵਾਰ ਦੇ ਵੱਡੇ ਬ੍ਰਦਰ, ਉਹਨਾਂ ਦੇ ਵੱਡੇ ਭਰਾ ਉਹਨਾਂ ਦੇ ਅਮਰੀਕਾ ਤੋਂ ਆਏ ਨੇ ਪਰਿਵਾਰ ਸਣੇ, ਅਤੇ ਉਹਨਾਂ ਨੂੰ ਇਹ ਪਹਿਲਾ ਮੌਕਾ ਨਹੀਂ ਕਿ ਉਹਨਾਂ ਨੂੰ ਰੋਕਿਆ ਗਿਆ ਹੋਵੇ। ਸਮੇਂ ਜਦੋਂ ਵੀ ਉਹ ਕਦੇ ਆਏ ਤਾਂ ਉਹਨਾਂ ਨੂੰ ਇਸ ਢੰਗ ਨਾਲ ਕਾਰਵਾਈਆਂ 'ਚੋਂ ਕਈ ਵਾਰ ਲੰਘਿਆ ਜਾਂਦਾ ਸੀ, ਪਰ ਘੰਟਾ 2 ਘੰਟੇ ਕਾਗਜ਼ੀ ਕਾਰਵਾਈ ਜੀ ਕਰਾ ਕੇ ਚਲੋ ਜੀ ਉਹਨਾਂ ਨੂੰ ਕਹਿੰਦੇ ਸੀ ਬਾਹਰ। ਕਿਉਂਕਿ ਅਮਰੀਕਾ 'ਚ ਵੀ ਉਹਨਾਂ ਦਾ ਵੱਡਾ ਨਾਂ, ਪੰਜਾਬ 'ਚ ਵੀ ਵੱਡਾ ਨਾਂ, ਸਿਆਸੀ ਰੁਤਬਾ ਵੀ ਰੱਖਦੇ ਸੀ। ਸੋ ਇਸ ਵਾਰ ਬੜੀ ਅਜੀਬ ਘਟਨਾ ਵਾਪਰੀ। ਨਾ ਤਾਂ ਉਹਨਾਂ ਦਾ ਨਾਂ ਕਾਲੀ ਸੂਚੀ 'ਚ ਆਉਂਦਾ, ਨਾ ਉਹਨਾਂ ਦਾ ਨਾਂ ਪਹਿਲਾਂ ਸੀ, ਨਾ ਹਟਾਇਆ ਗਿਆ, ਨਾ ਕੱਢਿਆ ਗਿਆ। ਉਹ ਪਹਿਲਾਂ ਤੋਂ ਹੀ ਨੋਰਮਲ ਜ਼ਿੰਦਗੀ ਜੀਣ ਵਾਲੇ ਵਿਅਕਤੀ ਸੀ। ਫਿਰ ਵੀ ਉਹਨਾਂ ਨੂੰ ਮੈਂ ਤਾਂ ਹੀ ਕਿਹਾ ਕਿ ਕਾਲੀ ਸੂਚੀ ਖਤਮ ਕਰਨ ਦੇ ਦਮ ਭਰਨ ਵਾਲਿਆਂ ਨੇ ਫਿਰ ਕਾਲੇ ਕੰਮ ਕਿਉਂ ਕੀਤੇ? ਉਹਨਾਂ ਨੂੰ ਰੋਕਿਆ ਗਿਆ। ਰੋਕਣ ਤੋਂ ਬਾਅਦ ਹੱਦ ਇੱਥੋਂ ਤੱਕ ਹੋਈ ਜਦੋਂ ਉਹਨੇ ਸਵਾਲ ਕੀਤਾ ਕਿ ਮੇਰੀ ਕਮੀ ਦੱਸੋ, ਮੇਰੀ ਖਾਮੀ ਦੱਸੋ, ਮੈਨੂੰ ਕਿਉਂ ਰੋਕਿਆ ਜਾ ਰਿਹਾ, ਮੈਨੂੰ ਕਿਉਂ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ? ਅਤੇ ਜਵਾਬ ਕਿਸੇ ਕੋਲ ਨਹੀਂ ਸੀ। ਕਹਿੰਦੇ ਉਸ ਪਰਿਵਾਰ ਦੇ ਕਹਿਣ ਅਨੁਸਾਰ, ਜਿਹੜਾ ਰਾਬਤਾ ਮੇਰਾ ਹੋਇਆ ਉਸ ਅਨੁਸਾਰ, ਉਹ ਕਹਿੰਦੇ ਜੀ ਉਹਨਾਂ ਨੇ ਜਵਾਬ ਕੋਈ ਨਹੀਂ ਦਿੱਤਾ, ਇੱਥੋਂ ਤੱਕ ਕਿ ਵਾਪਸ ਜਹਾਜ਼ ਚੜਾ ਦਿੱਤਾ ਅਮਰੀਕਾ ਨੂੰ। ਜੀ ਹਾਂ, ਅਮਰੀਕਾ ਤੋਂ ਰੱਖੜਾ ਪਰਿਵਾਰ ਦਾ ਮੈਂਬਰ ਸੁਰਜੀਤ ਸਿੰਘ ਰੱਖੜਾ ਦਾ ਭਰਾ ਦਿੱਲੀ ਉਤਰੇ, ਘਰ ਆਉਣ ਲਈ ਬਾਹਰ ਆਉਣਾ ਚਾਹਵੇ, ਕਹਿੰਦੇ ਪਤਨੀ ਕਲੀਅਰ ਹੈ ਜੀ, ਬਾਕੀ ਜੇ ਕੋਈ ਨਾਲ ਨੇ ਉਹ ਵੀ ਸਾਰੇ ਕਲੀਅਰ ਨੇ, ਤੁਸੀਂ ਨਹੀਂ ਜਾ ਸਕਦੇ, ਵਾਪਸ ਅਮਰੀਕਾ ਚਲੇ ਜਾਓ। ਉਹ ਕਹਿੰਦੇ ਲਾਓ ਇਸ ਪਰ ਮੋਹਰ, ਮੇਰੇ ਪਾਸਪੋਰਟ 'ਤੇ ਵਾਪਸ ਭੇਜਣ ਦੀ ਮੋਹਰ ਲਾਓ, ਕਾਰਵਾਈ ਦਾ ਰੀਜ਼ਨ ਦੱਸੋ, ਮੈਨੂੰ ਲੈਟਰ ਦਿਓ। ਨਾ ਤਾਂ ਪਾਸਪੋਰਟ 'ਤੇ ਕੋਈ ਮੋਹਰ ਲਾਈ,
क्योंकि मोहर लाउणगे की जे पता होवे कि कुछ कारण की है, कारण लाउण किहड़ा, अगली बार ਲਈ दिक्कत आ सकती है, तकनीकी तौर पर फिर फस सकते हैं। मोहर नहीं लाई, कोई लैटर नहीं दिता, जबरी वापस भेजा। जो सवाल पूछे तो उन्होंने सवालों के जवाब तो नहीं दिते कि मोहर क्यों नहीं लाते, किस कार्रवाई तहत रोक रहे हो। इन्ना जरूर किया कि की करिए साहब, उपरों हुक्म है। उपरों हुक्म किहदा है हुण रखड़ा परिवार वालों जां उन्हां दे नज़दीकियां वालों जां फिर किसान जथेबंदियां वालों ये गल सामने लिआंदी जा रही है कि रखड़ा परिवार खासकर उन्हां दे बाहर वसदे उस भरा ने लंगर लाए सी, किसान अंदोलन दे लई, किसानां दे लई लंगर लाए सी। जिस लंगर प्रथा नूं लैके बाबे नानक वालों शुरू की गुरु रामदास जी का लंगर जिहड़ा टुट वरतदा है, उस लंगर प्रथा नूं लैके जे अजिहियां रोकां लाउने हो, फिर तुसीं किहड़े दम भरदे हो कि असीं सिੱਖੀ ਲਈ बहुत सेवा की, असीं सिੱਖੀ ਦੇ बहुत काम किए। सरकार नूं इस दे उत्ते सवाल है मेरा, केंद्र सरकार नूं सवाल है। जेकर तां हड़ां दे विच लंगर पहुँचदा है, जेकर तां किते महामारी च लंगर पहुँचदा है, जेकर आ करोना काल दे विच रेल गड्डियां दे विच थावां दे उत्ते बसां दे उत्ते यूपी बिहार दी लेबर दे लई होर आफतमारी थावां दे लई इत्थों कि नेपाल वर्गी थां ते जम्मू कश्मीर थां ते जदों लंगर पहुँचदा तां प्रधानमंत्री जी भी अक्सर, बाकी मंत्री भी अक्सर, सरकारां भी अक्सर सो फिर महिमा भी गाउंदे ने गुरु दी, लंगर नूं भी नमन करते हैं, मंचां तो भी बोल दिंदे ने, चिट्ठियां किताबां तक भी जारी करते हैं। पर जदों उही लंगर उन्हां ही किसानां लई लगदा जिहड़े अन्न पैदा करते हैं, अन्नदाते लई, किसानां लई, किसान अंदोलन जदों लंगर लगदा फिर वह गुनाह हो गया कि इस लंगर लाउण दे गुनाह की सज़ा रखड़ा परिवार नूं दित्ती गई कि उन्होंने उस व्यक्ति नूं वापस मोड़ दिता गया, उस भरा नूं वापस मोड़ दिता गया जिहड़ा अपनी भतीजी दे विआह शामिल होना है। कि ये संकेत है कि केंद्र सरकार अंदोलन के दौरान, किसान अंदोलन के दौरान सहयोगी संगठनां नूं, सहयोगी व्यक्तियों नूं, सहयोगी शख्सियतां नूं, सहयोगी आम किसी भी भाईचारे नाल संबंधित होवे, किसी संगठन नाल संबंधित होवे, किसी धर्म नाल संबंधित होवे, जिहड़े व्यक्तियों ने अपना तिल फुल योगदान पाया किसी भी रूप च, इहदा मतलब उन्होंने तंग करनगे। तंग करनगे। दो पहलू ने इस मसले दे। एक पहलू सामने आ रहा कि मामला बहुत नेड़े है, 3 खेती कानून का मामला निबड़न वाला, दिवाली दे उत्ते खुशी भरिया सुनेहा आ सकता है, दिवाली किसानां दी चानण भरी हो सकती है, खुशियां भरी हो सकती है कि 3 खेती कानूनों चों 2 कानून सरकार रद्द करने लई तैयार है। एक नूं रद्द कह लो जां डैड कह लो, शब्द बदल सकते हैं कुछ, एक नूं कहंदे कमेटी कोल भेज सकते हैं, MSP लई कमेटी बना सकते हैं, तो इस ढंग नाल मामला निबड़ सकता है कि दिवाली खुशियां भरी आ सकती है। ये खबर निकल के आ रही है। इस सारे का आधार 2-3 गल्लां बनदियां। इस मसले नूं जेकर आपां देखीए तो अज 11 महीने हो गए दिल्ली चलदे किसान अंदोलन नूं। सो जिस ढंग नाल 26-27 तरीक नूं उत्थे अंदोलन पहुंचिया सी, उस हिसाब नाल अज फिर 11 महीने पूरे होण ते DC दफ्तरां दे बाहर धरने लाए गए, मुजाहरे किए गए, प्रदर्शन किए गए। वो अगली बार लिए भी लखनऊ की रैली दी भी तैयारियां लगातार चल रही हैं, तो इधर साल पूरा भी होना, तो उधर खबरां ये भी ने कि जनाब गलबात नेड़े आ। बेशक 9 महीनों तो गलबात नहीं हुई, 22 जनवरी तो बाद गलबात नहीं हुई, पर फिर भी एक आस की किरण किते ना किते खड़ी नज़र आती है कि पिछों अधिकारी जिस तरह राबता कर रहे सी, उहदे विचों एक खाखा लगभग तैयार है, तो वह खाखा तैयार है, गलबात नेड़े है। इहदा आधार बनता है लखीमपुर वाली घटना वापरन तो बाद तुरंत सरकार का एक्शन चाहना, तुरंत परिवार लई, पीड़ित परिवारां लई, जिन्हां दे जी गए, जिहड़े किसान शहीद होए, उन्हां दे परिवारां तक माली मदद लैके पहुँचना, नौकरी तक की ऑफर लैके पहुँचना, तो मंत्री दे मुंडे नूं गिरफ्तार करना। सो इस नज़रिए तो लगता कि सरकार गलबात राहीं मामला निबेड़ सकती है। दूसरे पासे जोगिंदर यादव जिन्हां नूं पहली मीटिंग चों भी बाहर रखा गया, तो हुण जदों कहा जा रहा मामला निबड़न किनारे आ, तद अचानक लखीमपुर वाले मामले कोई बीजेपी के घरे जाए, बीजेपी वर्करां दी जिन्हां दी जान जाती उन्होंने घर जाए, उस आधार पर मोर्चे इन्होंने बाहर किया। वो मोर्चे वालों बाहर होए ने कि जां केंद्र के अधिकारियों की, मंत्रियों की कोई मोर्चे वाले लीडरां नूं हदायत है कि भाई इन्नी कोई बेनती मान लो, इनू बाहर कर दो, मामला निबेड़ देंगे। सो कि ये भी उहदा संकेत है। एक पासे ये संकेत, दूए पासे एक शरारतां वालियां खबरां लगातार दा आउणा, उस नज़रिए तो शक पैदा होंदा, चाहे आ
ਰੱਖੜਾ ਪਰਿਵਾਰ ਨਾਲ ਧੱਕੇਸ਼ਾਹੀ ਦੀ ਗੱਲ ਹੋਵੇ, ਚਾਹੇ ਉਹ ਪਿੰਕੀ ਕੈਟ ਵਰਗੇ ਬੰਦਿਆਂ ਨਾਲ ਫੋਟੋਆਂ ਖਿਚਾਉਣੀਆਂ, ਤੋਮਰ ਦਾ ਮੁੜ ਕੇ ਬਿਆਨ ਦੇਣਾ ਵਾਪਸ ਨਹੀਂ ਲਵਾਂਗੇ, ਇਸ ਢੰਗ ਨਾਲ ਅੰਦੋਲਨ ਨੂੰ ਸ਼ੱਕੀ ਬਣਾਉਣਾ, ਵਿਵਾਦਤ ਬਣਾਉਣਾ, ਉਹਨਾਂ ਨੂੰ ਵੰਡਣ ਦੀ ਕੋਸ਼ਿਸ਼, ਭੰਡਣ ਦੀ ਕੋਸ਼ਿਸ਼, ਹਰਿਆਣਾ ਸਰਕਾਰ ਦੀਆਂ ਕਾਰਵਾਈਆਂ, ਫਿਰ ਕੋਰਟ ਵੱਲੋਂ ਹੁਕਮਾਂ ਦੇ ਆਧਾਰ 'ਤੇ, ਫਿਰ ਨੈਸ਼ਨਲ ਮੀਡੀਆ ਵੱਲੋਂ ਇਸ ਢੰਗ ਦਾ ਪ੍ਰਚਾਰ ਕਰਨਾ, ਇਹ ਸਾਰੇ ਪਹਿਲੂ ਕਿਤੇ ਨਾ ਕਿਤੇ ਸੰਕੇਤ ਕਰਦੇ ਨੇ ਕਿ ਜਨਾਬ ਦੋਏ ਚੀਜ਼ਾਂ ਨੇ। ਇੱਕ ਪਾਸੇ ਸਰਕਾਰ ਅਜੇ ਵੀ ਅੰਦੋਲਨ ਨੂੰ ਖੰਡਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੀ ਹੈ, ਤੋੜਨ ਦੀਆਂ ਕੋਸ਼ਿਸ਼ਾਂ ਵੀ ਕਰਦੀ ਹੈ, ਥਕਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੀ ਹੈ, ਅਕਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੀ ਹੈ। ਦੂਏ ਪਾਸੇ ਅਧਿਕਾਰੀਆਂ ਨਾਲ, ਲੀਡਰਾਂ ਨਾਲ ਹੀ ਰਾਬਤਾ ਵੀ ਕੀਤਾ ਜਾ ਰਿਹਾ ਕਿ ਬਸ ਗੱਲ ਨਿਬੜੀ ਸਮਝੋ, ਗੱਲ ਨੇੜੇ ਲੱਗੀ ਸਮਝੋ। ਸੋ ਉਸ ਨਜ਼ਰੀਏ ਤੋਂ ਲੱਗਦਾ ਕਿ ਇਸ ਵਾਰ ਦੀਵਾਲੀ ਚੰਗੀ ਆ ਸਕਦੀ ਹੈ, ਸ਼ੁਭ ਖਬਰ ਲੈ ਕੇ ਆ ਸਕਦੀ ਹੈ। ਅਤੇ ਆਹ ਜਦੋਂ ਹਾਲ ਦੇਖਦੇ ਹਾਂ ਤਾਂ ਇੱਕ ਇਹ ਵੀ ਹੈ ਕਿ ਕੀ ਲੀਡਰ ਸੁਚੇਤ ਨੇ, ਕੀ ਲੀਡਰ ਕਿਸੇ ਇਸ ਭੁਲੇਖੇ 'ਚ ਤਾਂ ਨਹੀਂ ਆ ਰਹੇ ਕਿ ਗੱਲ ਨੇੜੇ ਲੱਗੀ ਹੋਈ ਹੈ, ਹੁਣ ਕਾਹਨੂੰ ਕੋਈ ਤਿੱਖਾ ਐਕਸ਼ਨ ਲੈਣਾ, ਕਾਹਨੂੰ ਕੋਈ ਕਾਰਵਾਈ ਕਰਨੀ ਹੈ, ਇਹ ਸਾਰਿਆਂ ਦੇ ਉੱਤੇ ਨਜ਼ਰ ਵੀ ਹੈ। ਦੂਸਰੇ ਪਾਸੇ ਜਿਹੜਾ ਨਿਹੰਗ ਸਿੰਘਾਂ ਵੱਲੋਂ ਇਕੱਠ ਕੀਤਾ ਜਾ ਰਿਹਾ, ਉਸ ਦੇ ਉੱਤੇ ਜਥੇਬੰਦੀਆਂ ਦੀ ਵੀ ਨਜ਼ਰ ਹੈ, ਸਰਕਾਰਾਂ ਦੀ ਵੀ ਨਜ਼ਰ ਹੈ, ਆਮ ਆਵਾਮ ਦੀ ਵੀ ਨਜ਼ਰ ਹੈ, ਮੀਡੀਆ ਦੀ ਵੀ ਨਜ਼ਰ ਹੈ। ਸੋ ਉਸ ਪਹਿਲੂ 'ਤੇ ਵੀ ਨਜ਼ਰ ਹੈ। ਪਰ ਕਿਤੇ ਨਾ ਕਿਤੇ ਜਿੰਨਾ ਕੁ ਹੁਣ ਤੱਕ ਗੱਲ ਸਾਹਮਣੇ ਆ ਰਹੀ ਹੈ ਉਹੀ ਹੈ ਕਿ ਜੀ ਗੱਲ ਬਸ ਹੁਣ ਬੈਠਣ ਤੱਕ ਦੀ ਰਹਿ ਗਈ ਹੈ। 2 ਬਿੱਲਾਂ ਨੂੰ ਸਰਕਾਰ ਡੈਡ ਕਰਨ ਲਈ ਤਿਆਰ ਹੈ, ਲੰਮੇ ਸਮੇਂ ਲਈ ਵੱਟੇ ਖਾਤੇ ਸਿੱਟਣ ਲਈ ਤਿਆਰ ਹੈ, ਅਤੇ ਇੱਕ ਨੂੰ ਕਹਿੰਦੇ ਕਿ ਕਮੇਟੀ ਕੋਲ, ਖਾਸ ਕਰ ਕੰਟਰੈਕਟ ਫਾਰਮਿੰਗ ਵਾਲੇ ਨੂੰ ਕਮੇਟੀ ਕੋਲ ਦੇਣ ਦੇ ਲਈ ਸੋਚ ਰਹੀ ਹੈ। ਅਤੇ ਇਸੇ ਤਰ੍ਹਾਂ ਉਹ ਸੋਚ ਰਹੀ ਹੈ ਕਿ ਕਿਤੇ ਨਾ ਕਿਤੇ ਅਸੀਂ MSP ਵਾਲੇ ਮਸਲੇ ਨੂੰ ਵਿੱਚ ਲੈ ਜਾਈਏ। ਸੋ ਇਹ ਪਹਿਲੂ ਨਿਕਲ ਕੇ ਸਾਹਮਣੇ ਆ ਰਹੇ ਨੇ। ਪਰ ਇਹ ਮਸਲਾ ਇੱਥੇ ਹੀ ਨਹੀਂ ਆ, ਮਸਲਾ ਪੰਜਾਬ ਵਾਲਾ ਵੀ ਉੱਥੇ ਹੀ ਖੜਾ ਹੈ। BSF ਵਾਲਾ ਮਸਲਾ ਵੀ, ਕੀ BSF ਵਾਲਾ ਮਸਲਾ ਵੀ ਇਸੇ ਲਈ ਪੰਜਾਬ ਨੂੰ ਉਲਝਾਉਣ ਲਈ ਲਿਆਂਦਾ ਗਿਆ? ਹੁਣ ਕੈਪਟਨ ਅਮਰਿੰਦਰ ਵਾਲਾ ਮਾਮਲਾ ਅਸੀਂ ਲਗਾਤਾਰ ਤੁਹਾਡੇ ਸਾਹਮਣੇ ਰੱਖ ਰਹੇ ਸੀ। ਜਿਸ ਦਿਨ ਦੇ ਅਮਰਿੰਦਰ ਮੁੱਖ ਮੰਤਰੀ ਸੀ, ਮੁੱਖ ਮੰਤਰੀ ਤੋਂ ਹਟੇ ਵੀ ਨਹੀਂ ਸੀ, ਉਸ ਦਿਨ ਵੀ ਅਸੀਂ ਕਹਿ ਰਹੇ ਸੀ ਕਿ ਉਹ BJP ਦੇ ਨੇੜੇ ਨੇ, ਹਾਈਕਮਾਨ ਦੇ ਨੇੜੇ ਨੇ। ਅਤੇ ਹੁਣ ਤਾਂ ਗੱਲ ਉਹ ਸਾਫ਼ ਹੁੰਦੀ ਜਾ ਰਹੀ, ਉਹ ਵਿਚੋਲਗੀ ਕਰਨਾ ਚਾਹੁੰਦੇ ਨੇ। 3 ਖੇਤੀ ਵਾਲੇ ਮਾਮਲੇ 'ਤੇ ਹੁਣ ਅਮਰਿੰਦਰ ਸਿੰਘ ਚਾਹੁੰਦੇ ਨੇ ਜਿਹੜੀ ਵਿਚੋਲਗੀ ਪੰਜਾਬ ਦੇ ਵਿੱਚ ਸੁਰਜੀਤ ਜਿਆਣੀ ਨੇ ਕੀਤੀ, ਜਿਹੜੀ ਵਿਚੋਲਗੀ ਹਰਜੀਤ ਗਰੇਵਾਲ ਹੋਰਾਂ ਨੇ ਕੀਤੀ, ਉਹ ਵਿਚੋਲਗੀ ਹੁਣ ਅਮਰਿੰਦਰ ਸਿੰਘ ਕਰਨਾ ਚਾਹੁੰਦੇ ਨੇ। ਸੋ ਦੇਖ ਲੈਂਦੇ ਹਾਂ। ਆਪਾਂ ਪਹਿਲਾਂ ਹੀ ਕਿਹਾ ਸੀ ਕਿ 1 ਜਾਂ 2 ਦਿਨਾਂ 'ਚ ਪਾਰਟੀ ਬਣਨ ਦੀ ਸੰਭਾਵਨਾ। ਸੋ ਕੱਲ੍ਹ ਨੂੰ ਇੱਕ ਇਕੱਠ ਬੁਲਾਇਆ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ। ਸੋ ਉਹਦੇ ਵਿੱਚੋਂ ਇਹੀ ਖਬਰ ਨਿਕਲੀ ਕਿ ਕੱਲ੍ਹ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਸਾਹਮਣੇ ਆ ਸਕਦੀ ਹੈ। ਨਾ ਉੱਪਰ ਥੱਲੇ ਹੁੰਦਾ, ਕੀ ਹੁੰਦਾ, ਫਿਲਹਾਲ ਇੰਨਾ ਕੁ ਰਾਜਨੀਤਿਕ ਗਲਿਆਰਿਆਂ 'ਚੋਂ ਨਿਕਲ ਕੇ ਆ ਰਿਹਾ ਕਿ ਇਹ ਨਾ ਹੋ ਸਕਦਾ ਪੰਜਾਬ ਲੋਕ ਕਾਂਗਰਸ। ਸੋ ਦੇਖਦੇ ਹਾਂ ਜੀ ਅਮਰਿੰਦਰ ਸਿੰਘ ਨਾਲ ਬੈਠਦਾ ਕੌਣ ਹੈ, ਖੜਦਾ ਕੌਣ ਹੈ, ਜਾਂਦਾ ਕੌਣ ਹੈ, ਆਉਂਦਾ ਕੌਣ ਹੈ। ਇਹਦੀ ਚਰਚਾ ਆਪਾਂ ਪਹਿਲਾਂ ਵੀ ਕੀਤੀ ਆ। ਪਰ ਨਜ਼ਰ ਹੁਣ ਸਾਰਿਆਂ ਦੀ ਆ ਕਿ ਕਾਂਗਰਸ ਨੂੰ ਕਿੰਨੀ ਕੁ ਸੱਟ ਲੱਗਦੀ ਹੈ, ਕਿੰਨੇ ਕੁ ਲੀਡਰ ਜਾਂਦੇ ਨੇ, ਅਕਾਲੀਆਂ ਦੇ ਕਿੰਨੇ ਕੁ ਤੋੜ ਪਾਉਂਦੇ ਨੇ, ਆਪ ਕੰਨੀ ਜਾਣ ਵਾਲੇ ਇੱਧਰ ਕਿੰਨੇ ਕੁ ਆ ਜਾਂਦੇ ਨੇ, ਅਕਾਲੀਆਂ 'ਚੋਂ ਬਾਗੀ ਹੋਏ ਅਕਾਲੀ ਕਿੰਨੇ ਕੁ ਇੱਧਰ ਨੂੰ ਆਉਂਦੇ ਨੇ। ਸਾਰੀ ਨਜ਼ਰ ਕੈਪਟਨ 'ਤੇ ਰਹੇਗੀ। ਪਰ ਮਸਲਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆ, ਰੂਸਾ ਵਾਲੇ ਮਾਮਲੇ ਨੂੰ ਲੈ ਕੇ, ਜਿਹੜੇ ਪੰਜਾਬ ਦੀ ਫਜ਼ੀਅਤ ਹੋ ਰਹੀ ਆ ਕਿ ਪਹਿਲਾਂ ਤਾਂ ਘਰੇ ਰੱਖਦੇ ਰਹੇ, ਬੁਲਾਉਂਦੇ ਰਹੇ, ਸਰਕਾਰ ਦੇ ਵਿੱਚ ਰੁਤਬਾ ਦਿੰਦੇ ਰਹੇ, ਸਹੁੰ ਚੁੱਕ ਸਮਾਗਮਾਂ 'ਚ ਉਹਨੂੰ ਮੁੱਢਲੀਆਂ ਕਤਾਰਾਂ 'ਚ ਬਿਠਾਉਂਦੇ ਰਹੇ, ਸਰਕਾਰੀ ਨਿਵਾਸਾਂ 'ਚ ਉਹਨੂੰ ਜਾ ਕੇ ਸਲਾਮ ਕਰਦੇ ਰਹੇ। ਫਿਰ ਇਹ ਵੀ ਗੱਲਾਂ ਬਾਹਰ ਆਉਣ ਲੱਗੀਆਂ ਕਿ ਟੈਚੀ ਦਿੰਦੇ ਤੇ ਜੀ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਟੈਚੀ ਲੈਂਦੀ ਸੀ, ਬਦਲੀਆਂ ਕਰਦੀ ਸੀ, ਤੈਨਾਤੀਆਂ ਕਰਦੀ ਸੀ। ਸੋ ਜਾਂਚ ਦੇ ਵਿਸ਼ੇ ਨੇ। ਸੋ ਇਸ ਲਈ ਇਹ ਜਾਂਚ ਹੋਣੀ ਚਾਹੀਦੀ ਆ। ਪਰ ਰੂਸਾ ਨੇ ਨਜ਼ਲਾ ਜਿਹੜਾ ਸੁਖਜਿੰਦਰ ਰੰਧਾਵਾ 'ਤੇ ਵੀ ਕੱਢਿਆ, ਅਤੇ ਪੰਜਾਬ ਦੇ ਸਿਸਟਮ 'ਤੇ ਵੀ ਕੱਢਿਆ, ਲੀਡਰਾਂ 'ਤੇ ਵੀ ਕੱਢਿਆ, ਮੀਡੀਆ 'ਤੇ ਵੀ ਕੱਢਿਆ, ਅਤੇ ਕਹਿੰਦੀ ਅੱਗੇ ਤੋਂ ਨਹੀਂ ਭਾਰਤ ਆਉਂਦੀ। ਸੋ ਜੀ ਹੁਣ ਕਿਉਂ ਨਹੀਂ ਆਉਂਦੀ ਭਾਰਤ? ਕੀ ਉਹ ਜਾਂਚ ਦਾ ਡਰ ਆ ਗਿਆ ਜਾਂ ਫਿਰ ਸੱਚਮੁੱਚ ਗੁੱਸਾ ਆ ਗਿਆ ਕਿ ਅਮਰਿੰਦਰ ਸਿੰਘ ਕਹਿੰਦੇ 80 ਦਾ ਮੈਂ ਹੋ ਗਿਆ, 70 ਨੂੰ ਉਹ ਟੁੱਕ ਗਈ, ਅਤੇ ਫਿਰ ਵੀ ਸਾਡੇ ਬਾਰੇ ਇਹ ਜਿਹੀਆਂ ਉੱਠੀਆਂ ਸਿੱਧੀਆਂ ਗੱਲਾਂ ਕਰੀ ਜਾਂਦੇ ਆ। ਇਹ ਅਕਲ ਹੋਣੀ ਚਾਹੀਦੀ ਹੈ, ਮਾਨਸਿਕਤਾ ਸਮਝਣੀ ਚਾਹੀਦੀ। ਪਰ ਕਹਿੰਦੇ ਜੇ ਵੀਜ਼ੇ ਖੁੱਲ੍ਹ ਗਏ, ਸਭ ਤੋਂ ਪਹਿਲਾਂ ਵੀਜ਼ੇ ਦੀ ਆਫਰ ਕਹਿੰਦਾ ਮੈਂ ਉਸੇ ਨੂੰ ਪਾਊਂਗਾ, ਅਤੇ ਸਭ ਤੋਂ ਪਹਿਲਾਂ ਸੱਦਾ ਮੈਂ ਰੂਸਾਂ ਨੂੰ ਹੀ ਭੇਜੂੰਗਾ। ਚਲੋ ਉਹ ਕਹਿੰਦੀ ਮੈਂ ਹੁਣ ਭਾਰਤ ਨਹੀਂ ਆਉਣਾ। ਸੋ ਇਹ ਗੱਲਾਂ ਜਿੱਥੇ ਵਿਵਾਦਾਂ 'ਚ ਨੇ, ਜਿੱਥੇ ਚਰਚਾਵਾਂ 'ਚ ਨੇ, ਉੱਥੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜ਼ਰੂਰ ਕੁਝ ਖਾਮੀਆਂ, ਕੁਝ ਊਣਤਾਈਆਂ ਨਜ਼ਰ ਆਉਂਦੀਆਂ ਨੇ। ਪਰ 3 ਮਸਲੇ ਖਾਸੇ ਨੇੜੇ ਲੱਗਦੇ ਨਜ਼ਰ ਆਉਂਦੇ ਨੇ। ਡੇਰਾ ਸਿਰਸਾ ਨੂੰ, ਜਿਵੇਂ ਬੁਰਜ ਜਵਾਹਰ ਸਿੰਘ ਮਾਮਲੇ 'ਚ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲੇ ਮਾਮਲੇ 'ਚ, ਅੰਗਾਂ ਨੂੰ ਖੰਡਿਤ ਕਰਨ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਅਦਾਲਤ 'ਚ ਬੁਲਾਇਆ ਗਿਆ। ਉਸ ਤੋਂ ਲੱਗਦਾ ਕਿ ਬੇਅਦਬੀ ਵਾਲੇ ਮਾਮਲੇ 'ਤੇ ਡਿੰਗ ਪੁੱਟਣ ਲੱਗੀ ਆ ਸਰਕਾਰ। ਇਸ ਦਾ ਮਤਲਬ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਇਹ ਮਸਲਾ। ਦੂਆ ਮਸਲਾ ਬਿਜਲੀ ਸਮਝੌਤੇ ਬਿਲਕੁਲ ਰੱਦ ਕਰਨ ਦੀ ਤਿਆਰੀ ਹੈ। ਉਹਦੇ ਉੱਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਲੰਬੀਆਂ ਬੈਠਕਾਂ ਅਧਿਕਾਰੀ ਕਰ ਰਹੇ ਨੇ, ਖਾਕੇ ਤਿਆਰ ਹੋ ਰਹੇ ਨੇ, 2-3 ਤਜਵੀਜ਼ਾਂ 'ਤੇ ਕੰਮ ਹੋ ਰਿਹਾ ਕਿ ਕੀ ਬਿਜਲੀ ਸਮਝੌਤਿਆਂ ਨੂੰ ਸ਼ੁਰੂ ਤੋਂ ਹੀ ਰੱਦ ਕਰ ਦਈਏ, ਬਿਲਕੁਲ ਰੱਦ ਕਰ ਦਈਏ,
ਤੇ ਉਸ ਤੋਂ ਬਾਅਦ ਉਹਨੂੰ ਲਾਂਭੇ ਕਰ ਦਈਏ, ਨਵਿਆਂ ਦੇ ਬਾਰੇ ਬਾਅਦ 'ਚੋਂ ਸੋਚਾਂਗੇ, ਜਾਂ ਫਿਰ ਉਹਨਾਂ ਦੀ ਅਦਾਇਗੀਆਂ ਰੋਕ ਲਈਏ, ਜਾਂ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਸਮਝੌਤਾ ਕਰ ਲਈਏ। ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਚਰਚਾਵਾਂ ਚੱਲ ਰਹੀਆਂ ਨੇ, ਤੇ ਕਿਤੇ ਨਾ ਕਿਤੇ ਬਿਜਲੀ ਸਮਝੌਤੇ ਰੱਦ ਹੋਣਗੇ, ਕਿਉਂਕਿ ਲੋਕਾਂ ਨਾਲ ਵਾਅਦਾ ਤੇ ਉਹਦਾ ਲਗਭਗ ਰੂਪ ਰੰਗ ਤਿਆਰ ਹੈ। ਤੇ ਤੀਸਰੇ ਤੇ ਰਾਜਾ ਵੜਿੰਗ ਖੁਦ ਦਾਅਵੇ ਕਰ ਰਹੇ ਨੇ ਕਿ ਜੀ ਟਰਾਂਸਪੋਰਟ ਮਾਫੀਆ ਦੇ ਵਿੱਚ ਅਸੀਂ ਵੱਡੀਆਂ ਬੱਸਾਂ ਨੂੰ ਨਕੇਲ ਪਾ ਲਈ, ਕਈ ਨਜਾਇਜ਼ ਬੱਸਾਂ ਫੜ ਲਈਆਂ, ਨਜਾਇਜ਼ ਪਰਮਿਟ ਫੜ ਲਏ, ਪੰਜਾਬ ਰੋਡਵੇਜ਼ ਨੂੰ, ਪੰਜਾਬ ਸਰਕਾਰੀ ਟਰਾਂਸਪੋਰਟ ਨੂੰ ਬਹੁਤ ਫਾਇਦਾ ਹੋ ਰਿਹਾ, ਮੁਨਾਫਾ ਆ ਗਿਆ, ਪੈਸਾ ਨਿੱਤ ਦਿਨ ਦਾ ਆਉਣ ਲੱਗ ਗਿਆ, ਅੱਡਿਆਂ ਦੀ ਦਸ਼ਾ ਸੁਧਰਨ ਲੱਗ ਗਈ। ਸੋ ਜਿੱਥੇ ਇਹ ਕੰਮ ਹੋ ਰਿਹਾ, ਇਹਦਾ ਮਤਲਬ ਜੇਕਰ ਹੁਣ ਨਿੱਤ ਦਿਨ ਦੀ ਆਮਦਨ ਵਧੀ ਆ, ਤਾਂ ਪਹਿਲਾਂ ਆਮਦਨ ਕੌਣ ਖਾਂਦਾ ਸੀ, ਪਹਿਲਾਂ ਹਿੱਸੇ ਕਿਹਨੂੰ ਵੰਡੇ ਜਾਂਦੇ ਸੀ, ਪਹਿਲਾਂ ਮਲਾਈ ਕੌਣ ਛਕਦਾ ਸੀ, ਪਹਿਲਾਂ ਕਿਉਂ ਨਹੀਂ ਰੋਕਿਆ ਗਿਆ? ਇਹ ਜਾਂਚ ਦਾ ਵਿਸ਼ਾ, ਇਸ ਵਿਸ਼ੇ 'ਤੇ ਜਾਂਚ ਹੋਣੀ ਚਾਹੀਦੀ ਹੈ। ਪਰ 18 ਨੁਕਾਤੀ, 13 ਨੁਕਾਤੀ, 14 ਨੁਕਾਤੀ, ਜਿੰਨੇ ਮਰਜ਼ੀ ਨੁਕਾਤੀ ਪ੍ਰੋਗਰਾਮ ਹੋਣ, ਪਰ ਉਹਨਾਂ 'ਚੋਂ 3 ਕੁ ਨੁਕਾਤੀ ਪ੍ਰੋਗਰਾਮਾਂ 'ਤੇ ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਆ। ਬਾਕੀ ਸਾਦਗੀ ਚੰਨੀ ਹੋਰਾਂ ਦੀ ਚੱਲ ਰਹੀ ਆ, ਅਤੇ ਹੱਥ ਖਿਲਾਰ ਕੇ, ਖੰਭ ਖਿਲਾਰ ਕੇ ਨਵਜੋਤ ਸਿੱਧੂ ਦੀ ਪ੍ਰਧਾਨਗੀ ਵੀ ਚੱਲ ਰਹੀ ਆ। ਉਸ ਮਸਲੇ 'ਤੇ ਉਹ ਲਗਾਤਾਰ ਬੇਬਾਕੀ ਨਾਲ ਕੰਮ ਕਰੀ ਜਾਂਦੇ ਨੇ। ਪਰ ਇੱਕ ਮੁੱਦਾ ਛੋਟਾ ਜਿਹਾ ਹੋਰ ਮੈਂ ਜਾਂਦੇ ਜਾਂਦੇ ਥੋੜ੍ਹਾ ਛੂਹਣਾ ਚਾਹੁੰਦਾ। ਇਸੇ ਮੁੱਦਾ ਅੱਜ ਦਾ ਪ੍ਰੋਗਰਾਮ ਦੇ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਹੀ ਜਦੋਂ 100 ਕਰੋੜ ਵਾਲਾ ਹੋਇਆ ਸੀ, ਉਸ ਦਿਨ ਹੀ ਆਪਾਂ ਜ਼ਿਕਰ ਕੀਤਾ ਸੀ ਕਿ 100 ਕਰੋੜ ਡੋਜ਼ ਲੱਗੀ ਆ, 100 ਕਰੋੜ ਵਿਅਕਤੀਆਂ ਦੇ ਟੀਕਾ ਨਹੀਂ ਲੱਗਿਆ। ਉਸ ਦਿਨ ਆਪਾਂ ਇਹਦੀ ਪੂਰੀ ਵਿਸਥਾਰ ਚਰਚਾ ਕੀਤੀ ਸੀ ਕਿ ਇਹਨੂੰ ਸਰਕਾਰ ਪੇਸ਼ ਕਿਵੇਂ ਕਰਨਾ ਚਾਹੁੰਦੀ ਆ, ਹੈ ਕੀ ਆ ਮਸਲਾ। ਪਰ ਉਹ ਮਸਲਾ ਆਪਾਂ ਉਦੋਂ ਵਿਚਾਰ ਲਿਆ, ਤੇ ਉਦੋਂ ਆਪਾਂ ਨਰਿੰਦਰ ਮੋਦੀ ਹੋਰਾਂ ਨੇ ਤੁਹਾਨੂੰ ਫੋਟੋ ਵੀ ਦਿਖਾਈ ਸੀ ਕਿ 100 ਕਰੋੜਵੇਂ ਵਿਅਕਤੀ ਦੇ ਜਿਹੜੇ ਟੀਕਾ ਲੱਗ ਰਿਹਾ, ਮੋਦੀ ਜੀ ਉੱਥੇ ਉਹਨੂੰ ਵਧਾਈ ਵੀ ਦੇ ਰਹੇ ਨੇ, ਬਾਂਹ 'ਚ ਸ਼ਾਲ ਵੀ ਪਾਇਆ, ਅੰਦਾਜ਼ੇ ਨਾਲ ਫੋਟੋ ਵੀ ਖਿਚਾਈ ਆ। ਉਹ ਵਿਅਕਤੀ ਜਿਸ ਸਥਿਤੀ 'ਚ ਹੈ, ਅਸੀਂ ਉਸ ਪਹਿਲੂ ਦੇ ਉੱਤੇ ਕੋਈ ਸਵਾਲ ਖੜਾ ਨਹੀਂ ਕਰਨਾ ਚਾਹੁੰਦੇ। ਪਰ ਉਸ ਫੋਟੋ ਨੂੰ ਲੈ ਕੇ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਸ ਵਿਅਕਤੀ ਦੇ ਟੀਕਾ ਲੱਗਣ ਨੂੰ ਲੈ ਕੇ ਇੱਕ ਆਰਟੀਕਲ ਪੜ੍ਹ ਰਿਹਾ ਸੀ। ਉਹਦੇ ਵਿੱਚ ਇੱਕ ਮਾਹਰ ਕਾਲਮ ਨਿਵੀਸ ਦਾ ਮੈਂ ਇੱਕ ਕਾਲਮ ਪੜ੍ਹ ਰਿਹਾ ਸੀ, ਉਹਦੇ ਵਿੱਚੋਂ ਮੇਰੇ ਇਹ ਗੱਲ ਸਾਹਮਣੇ ਆਈ। ਕਹਿੰਦੇ ਜਨਾਬ ਆਹ 100 ਕਰੋੜੀ ਟੀਕਾ ਵੀ ਵਿਵਾਦਾਂ 'ਚ ਆ ਗਿਆ। ਪਹਿਲਾਂ ਤਾਂ 100 ਕਰੋੜ ਟੀਕੇ ਵਿਵਾਦਾਂ ਸੀ, ਹੁਣ 100 ਕਰੋੜਵੀਂ ਜਿਹੜਾ 100 ਕਰੋੜੀ ਜਿਹੜਾ ਆਖਰੀ 100 ਕਰੋੜ ਦਾ ਟੀਕਾ ਲੱਗਿਆ, ਜਿਹਦੇ ਨਾਲ ਅੰਕੜਾ ਪੂਰਾ ਹੋਇਆ, ਉਹ ਜਿਸ ਵਿਅਕਤੀ ਦੇ ਲੱਗਿਆ ਤੇ ਮੋਦੀ ਜੀ ਸਾਹਮਣੇ ਖੜਾ ਕੇ ਲੱਗਿਆ, ਉਹ ਚਰਚਾ 'ਚ ਆ ਗਿਆ। ਕਹਿੰਦੇ ਭਾਈ ਉਹ ਤਾਂ ਬੀਜੇਪੀ ਦਾ ਵਰਕਰ ਸੀ। ਅਗਲੇ ਕਹਿਣਗੇ ਫਿਰ ਕੀ ਹੋ ਗਿਆ, ਪ੍ਰਧਾਨ ਮੰਤਰੀ ਸਾਹਿਬ ਆਏ ਨੇ, ਬੀਜੇਪੀ ਦਾ ਵਰਕਰ ਆ, ਚਲੋ ਫਿਰ ਤਾਂ ਕੋਈ ਚੱਕਰ ਨਹੀਂ, ਠੀਕ ਹੈ ਜੀ, ਮੰਨ ਗਏ। ਪਰ ਇਹ ਤੋਂ ਅਗਲਾ ਵਿਵਾਦ ਇਹ ਆ, ਕਹਿੰਦੇ ਜੀ ਉਹਨੇ ਟੀਕਾ ਹੀ ਤੀਜਾ ਲਵਾ ਲਿਆ ਫੋਟੋ ਦੇ ਚੱਕਰ 'ਚੋਂ। ਇਹ ਭਾਈ ਫਿਰ ਜਾਂਚ ਦਾ ਵਿਸ਼ਾ। ਵੈਸੇ ਤਾਂ ਜਿਹੜਾ ਸਾਡੇ ਅੰਕੜੇ ਨੇ, ਜਦੋਂ ਅਪਲੋਡ ਹੁੰਦਾ ਸਾਰਾ ਡਾਟਾ, ਤਾਂ ਉੱਥੇ ਸਵਾਲ ਆਏਗਾ ਕਿ ਕਿਵੇਂ ਤੀਜਾ ਲੱਗ ਗਿਆ, ਜੇ 2 ਡੋਜ਼ ਲੱਗ ਗਈਆਂ ਤਾਂ ਤੀਜਾ ਕਿਵੇਂ ਲੱਗ ਗਿਆ। ਹਾਂ, ਹੁਣ ਫੋਟੋ ਖਿਚਾਉਣ ਦੇ ਲਈ ਚੱਕਰ 'ਚ ਅੰਕੜਾ ਤੁਸੀਂ ਅਪਲੋਡ ਹੀ ਨਾ ਕਰੋ ਤਾਂ ਇਹ ਵੱਖਰਾ ਸਵਾਲ ਆ। ਅੰਕੜੇ ਅਪਲੋਡ ਨੂੰ ਲੈ ਕੇ ਤਾਂ ਕੁੱਲ ਦੇ ਉੱਪਰ ਵੀ ਸਵਾਲ ਆ। ਸੋ ਜਿੱਥੇ ਆਹ ਮਾਮਲਾ ਚਰਚਾ ਚੱਲੀ ਜਾਂਦਾ, ਉੱਥੇ ਇਸ ਨੂੰ ਲੈ ਕੇ ਇੱਕ ਚਰਚਾ ਇਹ ਵੀ ਹੈ ਜਨਾਬ ਕਿ ਉਹ ਵਿਅਕਤੀ ਦੇ ਜਦੋਂ 100 ਕਰੋੜਵਾਂ ਟੀਕਾ ਲੱਗਿਆ ਤਾਂ ਉਹ ਤੀਜਾ ਟੀਕਾ ਸੀ ਜਾਂ ਉਹ ਬੀਜੇਪੀ ਦਾ ਵਰਕਰ ਸੀ। ਮੈਂ ਕਹਿੰਦਾ ਜੇ ਤੀਜਾ ਲੱਗਿਆ ਤਾਂ ਵੀ ਜਾਂਚ ਦਾ ਵਿਸ਼ਾ। ਜੇ ਬੀਜੇਪੀ ਦਾ ਵਰਕਰ ਆ ਤੇ ਫਿਰ ਭਗਤੀ ਇੰਨੀ ਦੇਰ ਬਾਅਦ ਕਿਉਂ ਜਾਗੇ? ਭਗਤਾਂ ਨੇ ਤਾਂ ਪਹਿਲਾਂ ਟੀਕੇ ਲਵਾਉਣੇ ਸੀ, ਭੱਜ ਲਵਾਉਣੀ ਸੀ, ਦੇਰ ਕਿਉਂ ਹੋ ਗਈ? ਸੋ ਇਹ ਵੀ ਜਾਂਚ ਦਾ ਵਿਸ਼ਾ ਫਿਰ ਤਾਂ, ਕਿ ਬੀਜੇਪੀ ਵਾਲਿਆਂ ਨੇ ਵੀ ਅਜੇ ਤੱਕ ਸਾਰਿਆਂ ਨੇ ਟੀਕੇ ਕਿਉਂ ਨਹੀਂ ਲਵਾਏ ਪਹਿਲਾਂ। ਸੋ ਇਸ ਲਈ ਇਹ ਫੋਟੋ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ। ਸੋ ਵਿਵਾਦਾਂ 'ਚ ਰਹਿਣ ਦੀ ਵੀ ਆਦਤ ਆ ਸਾਡੇ ਪ੍ਰਧਾਨ ਮੰਤਰੀ ਹੋਰਾਂ ਨੂੰ। ਇਹ ਵੱਖਰੀ ਗੱਲ ਹੈ ਕਿ ਗ੍ਰਹਿ ਮੰਤਰੀ ਜੰਮੂ ਕਸ਼ਮੀਰ ਜਾ ਕੇ ਕਹਿੰਦੇ ਨੇ ਕਿ 3 ਪਰਿਵਾਰਾਂ ਦਾ ਰਾਜ ਖਤਮ ਹੋ ਗਿਆ, ਅਤੇ ਉੱਧਰੋਂ ਜਵਾਬ ਮਿਲਦੇ ਨੇ ਕਿ 2 ਦਾ ਤਾਂ ਲਾਗੂ ਹੈ। ਸੋ ਉਹ ਤੰਜ ਕੱਸਦੇ ਨੇ ਇੱਕ ਸੂਬੇ ਨੂੰ ਲੈ ਕੇ, ਅਤੇ ਇੱਧਰ ਜਵਾਬ ਮਿਲਿਆ ਪੂਰੇ ਦੇਸ਼ ਨੂੰ ਲੈ ਕੇ ਕਿ ਦੇਸ਼ ਦੇ ਵਿੱਚ ਬੋਲਣ ਕਿਹਨੂੰ ਦਿੱਤਾ ਜਾ ਰਿਹਾ, 2 ਦਾ ਹੀ ਰਾਜ ਚੱਲਦਾ ਹੈ। ਵੱਖਰੀ ਗੱਲ ਹੈ ਕਿ ਮੇਘਾਲਿਆ ਦੇ ਰਾਜਪਾਲ ਵੀ ਬੋਲਦੇ ਨੇ, ਸੁਪਰਾਮਨੀਅਮ ਸਵਾਮੀ ਵੀ ਬੋਲਦੇ ਨੇ, ਕੁਝ ਚੋਣਵੇਂ ਰਵੀਸ਼ ਵਰਗੇ ਪੱਤਰਕਾਰ ਵੀ ਬੋਲਦੇ ਨੇ, ਪਰ ਵਰੁਣ ਗਾਂਧੀ ਵਰਗੇ ਵੀ ਸਵਾਲ ਕਰਨ ਲੱਗੇ ਨੇ। ਸੋ ਇਸ ਲਈ ਇਹਦਾ ਮਤਲਬ ਹੁਣ ਬੀਜੇਪੀ ਦੀ ਇਸ ਲੀਡਰਸ਼ਿਪ ਨੂੰ, ਜਿਹੜੇ ਕਹਿੰਦੇ ਕਿਸੇ ਦੀ ਸੁਣਦੇ ਨਹੀਂ, ਉਹਨਾਂ ਨੂੰ ਸਵਾਲ ਵੀ ਹੋਣ ਲੱਗੇ ਨੇ ਅਤੇ ਜਵਾਬ ਵੀ ਦੇਣੇ ਪੈਣੇ ਨੇ। ਅਤੇ ਕਹਿੰਦੇ ਗੋਡੇ ਟੇਕਣ ਲਈ ਇਸ ਕਿਸਾਨ ਅੰਦੋਲਨ ਨੇ ਵੀ ਮਜਬੂਰ ਕੀਤਾ ਕਿ ਉਹੀ ਗੋਡੇ ਟੇਕਣ ਦੀ ਖਬਰ ਅਤੇ ਉਹੀ 3 ਖੇਤੀ ਕਾਨੂੰਨਾਂ ਦਾ ਚੰਗੀ ਖਬਰ ਦੀਵਾਲੀ 'ਤੇ ਆਉਣ ਦੀ ਆਸ ਹੈ। ਉਸ ਆਸ ਵੱਲ ਸਾਡੀ ਵੀ ਨਜ਼ਰਾਂ ਟਿਕੀਆਂ ਨੇ। ਤੁਸੀਂ ਵੇਖਦੇ ਰਹੋ ਲਿਬਰਲ TV ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ।